ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੇ ਗੁਰੂ ਕਿਰਪਾ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜੋ ਮੂਲ ਮੰਤਰ ਦੀ ਵਿਚਾਰ ਸੀ ਉਹ ਕੀਤੀ ਸੀ। ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਜਪਜੀ ਸਾਹਿਬ ਦੇ ਹੁਣ ਤੱਕ ਲਗਭਗ 65 ਦੇ ਲਗਭਗ ਸਟੀਕ ਨੇ, ਅਲੱਗ-ਅਲੱਗ ਵਿਦਵਾਨਾਂ ਨੇ ਲਿਖੇ ਨੇ ਔਰ ਹਰ ਵਿਦਵਾਨ ਨੇ ਆਪਣੇ ਹਿਸਾਬ ਦੇ ਨਾਲ ਜਪਜੀ ਸਾਹਿਬ ਦਾ ਅਰਥ ਕੀਤਾ ਹੈ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਨੇ ਜਿਹੜਾ ਕੀਤਾ ਉਹ ਦੂਸਰੇ ਨਾਲ ਨਹੀਂ ਮਿਲਦਾ ਤੇ ਇਹਦਾ ਮਤਲਬ ਦੂਸਰੇ ਦਾ ਗਲਤ ਆ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ। ਸੋ ਗੁਰਬਾਣੀ ਉਹ ਖਜ਼ਾਨਾ ਹੈ ਕਿ ਇਸ ਦੀ ਵਿਚਾਰ, ਜਿਵੇਂ ਬਾਬਾ ਜੀ ਕਹਿੰਦੇ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਇਸ ਖਜ਼ਾਨੇ ਦੀ ਜਿੰਨੀ ਲੰਮੀ ਮਰਜ਼ੀ ਵਿਚਾਰ ਕੀਤੀ ਜਾਵੇ, ਇਹਦੇ ਵਿੱਚੋਂ ਰੋਜ਼ ਕੁਝ ਨਾ ਕੁਝ ਨਵਾਂ ਹੀ ਮਿਲਦਾ ਹੈ ਤੇ ਇਹ ਉਹ ਖਜ਼ਾਨਾ ਹੈ ਕਿ ਤੋਟ ਨਾ ਆਵੇ ਵੱਧ ਤੋਂ ਜਾਈ। ਇਹ ਗਿਆਨ ਦਾ ਖਜ਼ਾਨਾ ਇਹਦੇ ਵਿੱਚੋਂ ਵੱਧਦਾ ਹੀ ਜਾਂਦਾ ਹੈ ਤੇ ਮਿਲਦਾ ਹੈ। ਗੁਰੂ ਕਿਰਪਾ ਕਰੇ ਕਿ ਅਸੀਂ ਗੁਰਮਤਿ ਦੀ ਵਿਚਾਰਧਾਰਾ ਦੇ ਵਿੱਚ ਰਹਿ ਕੇ ਅਗੰਮੀ ਬਾਣੀ ਦੀ ਵਿਚਾਰ ਕਰ ਸਕੀਏ। ਆਪਾਂ ਨੇ ਗੁਰਪ੍ਰਸਾਦ ਤੱਕ ਜੋ ਮੂਲ ਮੰਤਰ ਹੈ ਉਸ ਦੀ ਵਿਚਾਰ ਕੀਤੀ ਹੈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਬੀ ਗੁਣਾਂ ਦੀ ਵਿਚਾਰ ਕੀਤੀ ਹੈ, ਰੱਬ ਦੇ ਵਿਸ਼ੇਸ਼ਣ ਬਿਆਨ ਕੀਤੇ ਨੇ। ਪਰ ਨਾਲ ਦੀ ਨਾਲ ਗੁਰਬਾਣੀ ਜਿਹੜੀ ਹੈ ਉਹ ਸਿੱਖ ਲਈ ਜੀਵਨ ਜਾਚ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਲਈ ਸਿੱਖਿਆ ਭਰਪੂਰ ਹੈ, ਸਿੱਖਿਆ ਦਿੰਦਾ ਹੈ। ਜਿੱਥੇ ਰੱਬ ਦੇ ਗੁਣ ਨੇ ਉੱਥੇ ਸਾਡੇ ਲਈ ਵੀ ਇਹ ਸਿੱਖਿਆ ਨੇ, ਇਹਦੇ ਵਿੱਚੋਂ ਅਸੀਂ ਵੀ ਸਿੱਖਿਆ ਲੈਣੀ ਹੈ, ਗਿਆਨ ਲੈਣਾ ਹੈ। ਗੁਰਬਾਣੀ ਦਾ ਬੜਾ ਪਿਆਰਾ ਬੋਲ ਹੈ, ਗੁਣ ਕਹਿ ਗੁਣੀ ਸਮਾਵਣਿਆ। ਰੱਬੀ ਗੁਣਾਂ ਨੂੰ ਕਹਿੰਦੇ ਕਹਿੰਦੇ ਹੀ ਗੁਣਾਂ ਦੇ ਵਿੱਚ ਸਮਾ ਸਕਦੇ ਹਾਂ। ਸੋ ਜਿੱਥੇ ਇਹ ਮੂਲ ਮੰਤਰ ਰੱਬ ਦੇ ਗੁਣ ਨੇ, ਉੱਥੇ ਸਾਡੇ ਵਾਸਤੇ ਵੀ ਇਹ ਇੱਕ ਬਹੁਤ ਵੱਡਾ ਗਿਆਨ ਦਾ ਸੋਮਾ ਨੇ। ਇੱਕ ਓੰਕਾਰ, ਜਿੱਥੇ ਰੱਬ ਲਈ ਕਿ ਪ੍ਰਮਾਤਮਾ ਇੱਕ ਹੈ, ਉਹ ਇੱਕ ਰਸ ਵਿਆਪਕ ਹੈ, ਉੱਥੇ ਸਾਡੇ ਲਈ ਉਹ ਕੀ ਸਿੱਖਿਆ ਦੇ ਰਿਹਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਦੇ ਨਾਲ ਜੁੜਨਾ ਹੈ। ਸਾਡੇ ਜੀਵਨ ਦੇ ਵਿੱਚ ਕੋਈ ਦੂਜਾ ਨਾ ਹੋਵੇ। ਇੱਕ ਪਰਮਾਤਮਾ ਤੋਂ ਬਿਨਾਂ ਸਿੱਖ ਦੂਸਰੇ ਦਾ ਉਪਾਸ਼ਕ ਨਹੀਂ ਹੈ। ਅਸੀਂ ਕੇਵਲ ਇੱਕ ਪਰਮਾਤਮਾ ਦੇ ਉਪਾਸ਼ਕ ਹਾਂ। ਇਸ ਕਰਕੇ ਵਿਚਾਰ ਦੀ ਆਰੰਭਤਾ ਹੀ ਇੱਕ ਓੰਕਾਰ ਤੋਂ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਤੋਂ ਆਰੰਭ ਹੋ ਰਹੀ ਕਿ ਸਾਡੇ ਜੀਵਨ ਦੇ ਵਿੱਚ ਕੋਈ ਦੂਸਰਾ ਨਾ ਆਵੇ। ਜਿਵੇਂ ਉਹ ਲੋਕ ਬ੍ਰਹਮਾ, ਵਿਸ਼ਨੂੰ, ਮਹੇਸ਼ ਇਤਿਆਦਿਕ ਜਾਂ 33 ਕਰੋੜ ਰੱਬ ਬਣਾ ਕੇ ਬੈਠੇ ਸੀ, ਸਾਡੇ ਵਿੱਚ ਇਸ ਪ੍ਰਕਾਰ ਦੇ ਨਾਲ ਕੋਈ ਦੂਜਾ ਰੱਬ ਨਹੀਂ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਹ ਸਾਨੂੰ ਇੱਕ ਓੰਕਾਰ ਤੋਂ ਸਿੱਖਿਆ ਮਿਲਦੀ ਹੈ। ਨਾਲ ਦੀ ਨਾਲ ਇੱਕ ਓੰਕਾਰ ਸਾਨੂੰ ਇਹ ਗੱਲ ਦੇ ਵੱਲ ਵੀ ਪ੍ਰੇਰਿਤ ਕਰਦਾ ਹੈ ਕਿ ਅਸੀਂ ਏਕਤਾ ਦੇ ਸੂਤਰ ਵਿੱਚ ਰਹਿਣਾ ਹੈ। ਸਾਡੀ ਕੋਈ ਜਾਤ ਪਾਤ ਨਹੀਂ, ਸਗੋਂ ਏਕ ਪਿਤਾ ਏਕ ਸਕੇ ਹਮ ਬਾਰਿਕ। ਇਹ ਵਿਚਾਰਧਾਰਾ ਦੇ ਅਨੁਸਾਰ ਅਸੀਂ ਇੱਕ ਓੰਕਾਰ ਤੋਂ ਉਪਦੇਸ਼ ਲੈਣਾ ਹੈ ਕਿ ਅਸੀਂ ਇੱਕ ਹਾਂ। ਸਾਡੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ, ਸਾਡਾ ਉਹੋ ਹੀ ਮਾਤਾ ਪਿਤਾ ਹੈ ਤੇ ਸਾਡੇ ਵਿੱਚ ਕੋਈ ਜਾਤ ਪਾਤ, ਵਿਤਕਰਾ, ਵਖਰੇਵਾਂ, ਰੰਗ ਕਰਕੇ, ਜਾਤ ਪਾਤ ਕਰਕੇ, ਦੇਸ਼ ਕਰਕੇ ਨਹੀਂ। ਉਹ ਪਰਮਾਤਮਾ ਸਾਨੂੰ ਇੱਕ ਓੰਕਾਰ ਦੇ ਵਿੱਚ ਗਿਆਨ ਦੇ ਰਿਹਾ ਹੈ। ਫਿਰ ਸਤਿਨਾਮ ਦਾ ਮਤਲਬ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਹੋਵੇ, ਸੱਚ ਦਾ ਬੋਲਬਾਲਾ ਹੋਵੇ। ਇਹ ਨਾ ਹੋਵੇ ਕਿ ਅਸੀਂ ਪੈਰ ਪੈਰ ਤੇ ਝੂਠ ਦੇ ਆਦੀ ਹੋਈਏ। ਸਤਿਨਾਮ ਸਾਨੂੰ ਇਹ ਦੇ ਰਿਹਾ ਹੈ ਗਿਆਨ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੱਚ ਤੇ ਪਹਿਰਾ ਦਈਏ। ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਧਾਰਨੀ ਬਣੀਏ। ਕਰਤਾ ਪੁਰਖ, ਜਿੱਥੇ ਪਰਮਾਤਮਾ ਸਾਰਿਆਂ ਦਾ ਘੜਨ ਵਾਲਾ ਤੇ ਨਾਲ ਦੀ ਨਾਲ ਉਹਨਾਂ ਵਿੱਚ ਵਿਆਪਕ ਹੈ, ਕਰਤਾ ਹੈ, ਉੱਥੇ ਸਾਨੂੰ ਵੀ ਇਹ ਉਪਦੇਸ਼ ਹੈ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਵਿਹਲੜ ਨਹੀਂ ਬਣਨਾ, ਕਿਰਤੀ ਬਣਨਾ ਹੈ। ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕੋਈ ਕੰਮ ਕਰਨਾ। ਜਿਵੇਂ ਪਰਮਾਤਮਾ ਨੇ ਕੰਮ ਕੀਤਾ, ਸ੍ਰਿਸ਼ਟੀ ਨੂੰ ਰਚਿਆ, ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕਿਰਤੀ ਬਣਨਾ ਹੈ। ਤੇ ਗੁਰਬਾਣੀ ਦਾ ਉਪਦੇਸ਼ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਕਰਕੇ ਕਿਰਤ, ਗੁਰੂ ਨਾਨਕ ਸਾਹਿਬ ਜੀ ਦੇ 3 ਉਪਦੇਸ਼ਾਂ ਦੇ ਵਿੱਚ ਕਿਰਤ ਕਰੋ ਪਹਿਲਾ ਉਪਦੇਸ਼ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਕਰਕੇ ਕਰਤਾ ਪੁਰਖ ਸਾਨੂੰ ਇਹ ਗਿਆਨ ਦਿੰਦਾ ਹੈ ਕਿ ਆਪਣੇ ਜੀਵਨ ਦੇ ਵਿੱਚ ਅਸੀਂ ਕਿਰਤੀ ਬਣਨਾ ਹੈ। ਨਿਰਭਉ, ਪਰਮਾਤਮਾ ਦਾ ਗੁਣ ਹੈ ਕਿ ਉਹ
ਕਿਸੇ ਤੋਂ ਡਰਦਾ ਨਹੀਂ, ਉਹਦੇ ਅੰਦਰ ਡਰ ਵਾਲਾ ਪ੍ਰਭਾਵ ਹੀ ਨਹੀਂ ਹੈ, ਪਰ ਨਾਲ ਦੀ ਨਾਲ ਸਾਨੂੰ ਵੀ ਸਮਝਾਉਂਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਉਸ ਪ੍ਰਮਾਤਮਾ ਤੋਂ ਬਿਨਾਂ ਕਿਸੇ ਕੋਲੋਂ ਨਹੀਂ ਡਰਨਾ। ਇਹ ਨਾ ਹੋਵੇ ਕਿ ਅਸੀਂ ਬਿੱਲੀਆਂ ਕੋਲੋਂ, ਬਿੱਲੀ ਅੱਗੋਂ ਦੀ ਲੰਘ ਗਈ ਡਰ ਗਏ, ਸੱਪਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਬਾਬਿਆਂ ਦੇ ਸ਼ਰਾਪਾਂ ਤੋਂ ਡਰ ਗਏ। ਇਸ ਕਰਕੇ ਸਾਡੇ ਜੀਵਨ ਦੇ ਵਿੱਚ ਵੀ ਡਰ ਨਹੀਂ ਹੋਣਾ ਚਾਹੀਦਾ। ਸਾਡੀ ਜੀਵਨ ਦੀ ਸ਼ੈਲੀ ਇਹ ਹੋਣੀ ਚਾਹੀਦੀ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਨਾ ਅਸੀਂ ਡਰਨਾ ਹੈ ਤੇ ਨਾ ਡਰਾਉਣਾ ਹੈ। ਨਿਰਵੈਰ ਜਿਹੜਾ ਉਹ ਰੱਬ ਦਾ ਗੁਣ ਹੈ ਕਿ ਰੱਬ ਦਾ ਕਿਸੇ ਨਾਲ ਵੈਰ ਨਹੀਂ, ਪਰ ਸਾਡੇ ਜੀਵਨ ਲਈ ਕਿ ਅਸੀਂ ਵੀ ਕਿਸੇ ਨਾਲ ਵੈਰ ਭਾਵਨਾ ਨਹੀਂ ਰੱਖਣੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਭ ਕੋ ਮੀਤ ਹਮ ਆਪਨ ਕੀਨਾ। ਇਹ ਸਿਧਾਂਤ ਸਾਡੇ ਲਈ ਨਿਰਵੈਰ ਦੇ ਵਿੱਚੋਂ ਦ੍ਰਿੜ ਹੁੰਦੇ ਨੇ। ਅਕਾਲ ਮੂਰਤ ਪ੍ਰਮਾਤਮਾ ਲਈ ਕਿ ਪ੍ਰਮਾਤਮਾ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਪ੍ਰਮਾਤਮਾ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਤੇ ਸਾਡੇ ਲਈ ਉਹ ਗੁਣ ਕਿਵੇਂ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸਮੇਂ ਦਾ ਪ੍ਰਭਾਵ ਨਹੀਂ ਪੈਣ ਦੇਣਾ। ਹਾਂ, ਸਰੀਰਕ ਤੌਰ 'ਤੇ ਸਾਡੇ 'ਤੇ ਬਚਪਨ ਸੀ, ਬੁਢੇਪਾ ਆਇਆ, ਜਵਾਨੀ ਆ ਗਈ, ਮੌਤ ਆਏਗੀ, ਸਮੇਂ ਦਾ ਪ੍ਰਭਾਵ ਸਰੀਰਕ ਤੌਰ 'ਤੇ ਪਏਗਾ। ਪਰ ਇਹ ਨਾ ਹੋਵੇ ਕਿ ਅਸੀਂ ਹੁਣ ਧਰਮੀ ਬਣ ਕੇ ਬੈਠੇ ਹਾਂ, ਵਿਚਾਰ ਸੁਣ ਰਹੇ ਹਾਂ, ਧਰਮੀ ਬਣ ਕੇ ਬੈਠੇ ਹਾਂ, ਉਹਦੇ ਤੋਂ ਬਾਅਦ ਸਾਡੇ ਅੰਦਰ ਅਧਰਮ ਪੈਦਾ ਹੋ ਜਾਏ। ਅਸੀਂ ਅੱਜ ਸੰਗਤ ਵਿੱਚ ਬੈਠੇ ਬੜੇ ਧਰਮੀ ਬਣ ਕੇ ਬੈਠੇ ਹਾਂ, ਪਰ ਕੱਲ੍ਹ ਨੂੰ ਕੋਈ ਵਿਆਹ ਹੋਵੇ ਤੇ ਅਸੀਂ ਉਹਦੇ ਵਿੱਚ ਨਸ਼ਿਆਂ ਦਾ ਸੇਵਨ ਕਰੀਏ, ਅਸੀਂ ਉੱਥੇ ਜਾ ਕੇ ਗਲਤ ਹਰਕਤਾਂ ਕਰੀਏ। ਇਹਦਾ ਮਤਲਬ ਸਾਡੇ 'ਤੇ ਸਮੇਂ ਦਾ ਪ੍ਰਭਾਵ ਪੈ ਰਿਹਾ ਨਹੀਂ। ਸਾਡੇ 'ਤੇ ਸਮੇਂ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਜਿਹੋ ਜਿਹੇ ਅਸੀਂ ਇੱਕ ਸਮੇਂ ਆ, ਉਹੋ ਜਿਹੇ ਹਰ ਸਮੇਂ ਰਹੀਏ। ਇਹ ਅਕਾਲ ਮੂਰਤ ਦਾ ਉਪਦੇਸ਼ ਹੈ ਸਾਡੇ ਲਈ। ਅਜੂਨੀ ਗੁਰਬਾਣੀ ਦੇ ਵਿੱਚ ਦੋ ਰੂਪਾਂ ਵਿੱਚ ਆਇਆ ਹੈ। ਅਜੂਨੀ ਬਹੁਤੀ ਵਾਰ ਆਇਆ ਹੈ ਤੇ ਦੋ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਜੂਨੀ ਸ਼ਬਦ ਆਇਆ ਹੈ ਕੰਨੇ ਦੇ ਨਾਲ, ਪਰ ਅਰਥ ਹਮੇਸ਼ਾ ਇੱਕੋ ਹੀ ਨੇ। ਆਜੂਨੀ ਜਿਹੜਾ ਜੂਨਾਂ ਵਿੱਚ ਨਹੀਂ ਪੈਂਦਾ, ਪਰ ਸਾਡੇ ਲਈ ਇਹ ਸਿੱਖਿਆ ਹੈ ਕਿ ਅਸੀਂ ਵੀ ਜੂਨਾਂ ਵਿੱਚ ਨਹੀਂ ਪੈਣਾ। ਜਿਵੇਂ ਸਾਡੇ ਅੰਦਰ ਲਾਲਚ ਬਿਰਤੀ ਆ ਜਾਏ, ਇਹਦਾ ਮਤਲਬ ਅਸੀਂ ਕੁੱਤੇ ਦੀ ਜੂਨ ਭੋਗ ਰਹੇ ਹਾਂ। ਸਾਡੇ ਅੰਦਰ ਮਾਇਆਧਾਰੀ ਇਹ ਆ ਜਾਏ ਤੇ ਅਸੀਂ ਸੱਪ ਦੀ ਜੂਨ ਭੋਗ ਰਹੇ ਹਾਂ। ਮਾਇਆ ਬੰਦਾ ਕਰਨ ਲੱਗ ਜਾਏ। ਜੇ ਮੈਂ ਦੇ ਵਿੱਚ ਬੰਦਾ ਪਿਆ ਹੈ, ਇਹਦਾ ਮਤਲਬ ਬੱਕਰੇ ਦੀ ਜੂਨ ਭੋਗ ਰਿਹਾ ਹੈ। ਵਿਸ਼ਿਆਂ ਵਿਕਾਰਾਂ ਦੇ ਵਿੱਚ ਪਿਆ ਹੈ, ਸੂਰ ਦੀ ਜੂਨ ਭੋਗ ਰਿਹਾ ਹੈ। ਸਾਹਿਬ ਕਹਿੰਦੇ ਕਿ ਤੂੰ ਵੀ ਜੂਨਾਂ ਵਿੱਚ ਨਾ ਪੈ ਆਪਣੇ ਜੀਵਨ ਦੇ ਵਿੱਚ। ਸਹਿ ਭਹੂੰ ਪਰਮਾਤਮਾ ਆਪਣੇ ਆਪ ਤੋਂ ਜਨਮ ਲਿਆ ਹੈ, ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਜਨਮ ਦੇਣ ਵਾਲਾ ਕੋਈ ਨਹੀਂ। ਤੇ ਸਾਡੇ ਲਈ ਇਹ ਗੁਣ ਹੈ ਕਿ ਜਿਵੇਂ ਰੱਬ ਨੇ ਆਪਣੇ ਆਪ ਨੂੰ ਆਪ ਬਣਾਇਆ ਨਾ, ਉਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਅਸੀਂ ਆਪਣੇ ਪੈਰਾਂ 'ਤੇ ਆਪ ਖੜੇ ਹੋਣਾ ਹੈ, ਆਪ ਕਿਰਤ ਕਰਦੇ ਹੋਏ, ਮਿਹਨਤ ਕਰਦੇ ਹੋਏ ਤਰੱਕੀ ਕਰਨੀ ਹੈ। ਇਹ ਸਹਿਭੰਗ ਦਾ ਗੁਣ ਹੈ ਸਾਡੇ ਲਈ। ਅਸੀਂ ਮਿਹਨਤ ਕਰਕੇ, ਕਿਰਤ ਕਰਕੇ ਉਸ ਪ੍ਰਮਾਤਮਾ ਦਾ ਸਹਾਰਾ ਲੈ ਕੇ ਆਪਣਾ ਘਰ ਆਪ ਬਣਾਵਾਂਗੇ। ਸਾਨੂੰ ਕਿਸੇ ਦੇ ਦਾਜ ਦੀ ਲੋੜ ਨਹੀਂ, ਅਸੀਂ ਆਪ ਗੱਡੀ ਲੈ ਲਵਾਂਗੇ। ਇਹ ਸਹਿਭੰਗ ਦਾ ਗੁਣ ਹੈ। ਤੇ ਫਿਰ ਇਹ ਸਾਰੇ ਗੁਣ ਕਿਵੇਂ ਸਾਡੇ ਅੰਦਰ ਪੈਦਾ ਹੋਣਗੇ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗਿਆਨ ਦੀ ਕਿਰਪਾ ਨਾਲ। ਤੇ ਉਹ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਿਹਾ ਹੈ। ਜੇ ਸੋ ਚੰਦਾ ਉਗਮੈ, ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਸਾਨੂੰ ਮੂਲ ਮੰਤਰ ਦੇ ਵਿੱਚੋਂ ਜਿਹੜੇ ਗੁਣ ਨੇ ਸਾਡੇ ਵਾਸਤੇ, ਸਾਡੇ ਜੀਵਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਇਹ ਤੋਂ ਅੱਗੇ ਫਿਰ ਜਪਜੀ ਸਾਹਿਬ ਦੀ ਬਾਣੀ ਆਰੰਭ ਹੋ ਰਹੀ, ਇੱਥੋਂ ਤੱਕ ਮੂਲ ਮੰਤਰ ਹੈ।